Viewers, welcome back to News TV 84 ब्रेक तो बाद ਹੁਣ ਅਸੀਂ ਟੋਰਾਂਟੋ ਤੋਂ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਕਿ ਸਾਊਥ ਏਸ਼ੀਆ ਦੀਆਂ ਖਾਸ ਕਰਕੇ ਸਿੱਖ ਕੌਮ ਨਾਲ ਸੰਬੰਧਿਤ ਖਬਰਾਂ ਤੇ ਤਿੱਖੀ ਅੱਖ ਰੱਖਦੇ ਹਨ ਤੇ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਹਰਪ੍ਰੀਤ ਸਿੰਘ ਫਰਮ ਟੋਰਾਂਟੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਰੋਤਿਆਂ ਨੂੰ ਵੀ ਔਰ ਸਾਰੇ ਦਰਸ਼ਕਾਂ ਨੂੰ ਵੀ ਜਿਹੜੇ TV84.tv ਨੂੰ ਦੇਖ ਰਹੇ ਨੇ ਜਾਂ ਸੁਣ ਰਹੇ ਨੇ ਜੀ। ਤੇ ਹਰਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਤੁਹਾਡੇ ਕੋਲ ਅਸੀਂ ਇਹੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਡੀਕਲਾਸੀਫਾਈਡ ਹੋਏ ਘੱਲੂਘਾਰੇ ਜੂਨ 84 ਨਾਲ ਸੰਬੰਧਿਤ 2 ਡਾਕੂਮੈਂਟਸ ਦੇ ਸਾਹਮਣੇ ਆਉਣ ਦੀ ਖਬਰ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਸ ਬਾਰੇ ਜਾਣਕਾਰੀ ਦਿਓ ਜੀ। ਪਹਿਲਾਂ ਤਾਂ ਮੈਂ ਇੱਕ ਕਲੈਕਟਿਵ ਜੀ ਆਪਣੀ ਜ਼ਰੂਰ ਰਾਏ ਦੇਣੀ ਚਾਹੁੰਦਾ। ਮੈਂ ਇਹ ਸੋਚਦਾ ਹੁੰਦਾ ਕਿ ਇਤਿਹਾਸ ਆਪਣੇ ਪੰਨਿਆਂ ਨੂੰ ਹਮੇਸ਼ਾ ਫਰੋਲਣ ਤੋਂ ਬਾਅਦ ਝਾੜਦਾ। ਬਹੁਤ ਸਾਰੇ ਉਹਨਾਂ ਪੰਨਿਆਂ ਦੇ ਉੱਤੇ ਜਿਹੜੇ ਹਰਫ ਲਿਖੇ ਗਏ ਹੁੰਦੇ ਨੇ ਉਹਨਾਂ ਦੇ ਉੱਤੇ ਕਾਫੀ ਗਰਦ ਜੰਮੀ ਹੁੰਦੀ ਆ ਔਰ ਜਦੋਂ ਇਤਿਹਾਸ ਥੋੜੀ ਹਲਚਲ ਕਰਦਾ 20-25 ਸਾਲਾਂ ਬਾਅਦ 40 ਸਾਲਾਂ ਬਾਅਦ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਅਸੀਂ ਸਿਰਫ ਸਪੈਕੂਲੇਟ ਕੀਤੀਆਂ ਹੁੰਦੀਆਂ ਨੇ, ਜਿਨ੍ਹਾਂ ਦੀ ਸਿਰਫ ਅਸੀਂ ਕਿਆਸ ਰਾਈ ਕੀਤੀ ਹੁੰਦੀ ਆ। ਉਹ ਚੀਜ਼ਾਂ ਜਿਹੜੀਆਂ ਨੇ ਉਹ ਇਸੇ ਤਰੀਕੇ ਦੇ ਜਿਹੜੇ ਡਾਕੂਮੈਂਟਸ ਨੇ ਉਹ ਅੱਗੇ ਲੈ ਕੇ ਆਉਂਦੇ ਨੇ। ਸੋ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦੇ ਵੱਲੋਂ ਜਿਹੜੀਆਂ ਇੰਗਲੈਂਡ ਦੇ ਵਿੱਚ ਜਿਹੜੀਆਂ ਡੀਕਲਾਸੀਫਾਈ ਹੋਈਆਂ ਨੇ ਇਹ ਜਿਹੜੀਆਂ ਸੀਕ੍ਰੇਟ ਜਿਹੜੇ ਡਾਕੂਮੈਂਟਸ ਨੇ ਉਹਨਾਂ ਦੇ ਵਿੱਚ ਮਹਾਰਾਣੀ ਦਾ ਜਾਂ ਉੱਥੋਂ ਦੀ ਜਿਹੜੀ ਪ੍ਰਾਈਮ ਮਿਨਿਸਟਰ ਉਹਨਾਂ ਦਾ ਭਾਰਤ ਦੀ ਜਿਹੜੀ ਮਹਾਰਾਣੀ ਇੰਦਰਾ ਗਾਂਧੀ ਸੀ ਉਹਦੇ ਨਾਲ ਜੋ ਸਾਂਝ ਸੀ, ਚਾਹੇ ਉਹ ਵਿਚਾਰਾਂ ਦੀ ਸਾਂਝ ਸੀ ਚਾਹੇ ਉਹ ਐਕਸ਼ਨਾਂ ਦੀ ਸਾਂਝ ਸੀ, ਉਹ ਸਾਡੇ ਸਾਹਮਣੇ ਆਈ। ਇੱਕ ਗੱਲ ਤਾਂ ਇਹ ਚੀਜ਼ ਇੰਪੋਰਟੈਂਟ ਹੁੰਦੀ ਹੈ ਜੀ ਕਿ ਜੇਕਰ ਫਰਵਰੀ 1984 ਦੇ ਵਿੱਚ ਇਹ ਜਿਹੜੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਜੀ ਤੇ ਫਿਰ ਇਹਦਾ ਮਤਲਬ ਇਹ ਵੀ ਨਿਕਲਦਾ ਕਿ 1984 ਤੋਂ ਜੂਨ 1984 ਔਰ ਜੋ ਫਰਵਰੀ 1984 ਦੇ ਵਿੱਚ 3-4 ਮਹੀਨਿਆਂ ਦਾ ਵਕਫਾ ਹੈ। ਇਹਦਾ ਮਤਲਬ ਕਿ ਉਸ ਸਰਕਾਰ ਨੇ ਇਹ ਗੱਲ ਪਹਿਲਾਂ ਹੀ ਸੋਚ ਲਈ ਸੀ। ਹੁਣ ਇਹ ਚੀਜ਼ ਜਦੋਂ ਅਸੀਂ ਜਾਣਦੇ ਹਾਂ ਤੇ ਮਿਸਟਰ ਜੇਟਲੀ ਜਿਹੜੀ ਉਹਨਾਂ ਨੇ ਫੇਸਬੁੱਕ ਅਕਾਊਂਟ ਦੇ ਉੱਤੇ ਆਪਣੇ ਕੀ ਲਿਖਿਆ ਇਸੇ ਘਟਨਾ ਦੇ ਬਾਰੇ, ਉਹ ਕਹਿ ਰਹੇ ਨੇ ਕਿ if British government was being consulted in February 1984, it only lends credence to the fact that the government of India neither believed in nipping the problem at the initial stage or was not exploring alternative methods of evacuating the extremists from the Golden Temple. It wanted to invade the sacred precincts of the Golden Temple, even if it meant hurting national interests and certainly the interests of the Sikh. ਹੁਣ ਇਹ ਕੌਣ ਕਹਿ ਰਹੇ ਨੇ ਜੀ? ਇਹ ਬੀਜੇਪੀ ਵਾਲੇ ਕਹਿ ਰਹੇ ਨੇ ਕਿ ਭਾਈ ਜਿਹੜੀ ਬ੍ਰਿਟਿਸ਼ ਗਵਰਨਮੈਂਟ ਨੂੰ ਜੇ ਤੁਸੀਂ ਕੰਸਲਟ ਕੀਤਾ ਸੀ ਫਰਵਰੀ 1984 ਦੇ ਵਿੱਚ ਤੇ ਇਹ ਚੀਜ਼ ਇਸੇ ਗੱਲ ਨੂੰ ਜ਼ਾਹਰ ਕਰ ਰਹੀ ਹੈ ਕਿ ਭਾਈ ਉਸ ਸਮੇਂ ਦੇ ਵਿੱਚ ਨਾ ਤਾਂ ਜਿਹੜੀ ਇਹ ਪ੍ਰੋਬਲਮ ਸੀਗੀ, ਜਿਹੜੀ ਇਹ ਸਮੱਸਿਆ ਸੀ ਉਹਨੂੰ ਬਡਿੰਗ ਸਟੇਜ ਦੇ ਵਿੱਚ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨਾ ਹੀ ਕੋਈ ਜਿਹੜੇ ਦੂਸਰੇ ਹੋਰ ਰਾਹ ਸੀ ਉਹਨਾਂ ਨੂੰ ਐਕਸਪਲੋਰ ਕੀਤਾ ਗਿਆ। ਔਰ ਉਹਦੇ ਨਾਲ ਇਹ ਸੀਗਾ ਕਿ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਗੋਲਡਨ ਟੈਂਪਲ ਦੇ ਵਿੱਚ ਜਾਂ ਦਰਬਾਰ ਸਾਹਿਬ ਦੇ ਵਿੱਚ ਜੋ ਸਰਕਾਰ ਸੀ ਉਹ ਹਮਲਾ ਕਰਨਾ ਹੀ ਚਾਹੁੰਦੀ ਸੀ, ਜਿਵੇਂ ਕਿ ਸਿੱਖ ਸਕਾਲਰ ਵੀ ਔਰ ਜਿਹੜੇ ਸਿੱਖ ਇਤਿਹਾਸਕਾਰ ਉਹ ਬਾਰ-ਬਾਰ ਇਹ ਲਿਖ ਰਹੇ ਨੇ ਕਿ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ। ਜਦੋਂ ਚਕਰਾਤਾ ਦੀ ਗੱਲ ਵੀ ਕੀਤੀ ਜਾਂਦੀ ਆ ਤੇ ਉਹ ਵੀ ਇਸੇ ਗੱਲ ਵੱਲ ਨੂੰ ਸੰਕੇਤ ਕਰਦੀ ਆ ਕਿ ਆਲਰੇਡੀ ਉਸ ਸਰਕਾਰ ਨੇ ਇਹ ਗੱਲ ਸੋਚ ਲਈ ਸੀ ਕਿ ਸਿੱਖਾਂ ਨੂੰ ਜ਼ਬਰਦਸਤੀ ਕੁਚਲਣਾ। ਔਰ ਇਹ ਗੱਲਾਂ ਕੌਣ ਕਹਿ ਰਹੇ? ਚਾਹੇ ਬੀਜੇਪੀ ਵਾਲੇ ਕਹਿ ਰਹੇ ਨੇ ਇਹ ਗੱਲਾਂ। ਹੁਣ ਪਰ ਬੀਜੇਪੀ ਨੂੰ ਆਪਣੀ ਪੀੜੀ ਥੱਲੇ ਵੀ ਸੋਟਾ ਮਾਰਨਾ ਚਾਹੀਦਾ ਜਦੋਂ ਮਿਸਟਰ LK ਅਡਵਾਨੀ ਜਿਹੜੇ ਨੇ ਉਹ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਲਿਖ ਰਹੇ ਨੇ ਕਿ ਭਾਈ ਮੈਂ ਇੰਦਰਾ ਗਾਂਧੀ ਨੂੰ ਜਾਂ ਬੀਜੇਪੀ ਨੇ ਇੰਦਰਾ ਗਾਂਧੀ ਨੂੰ ਇਸ ਗੱਲ ਇਹ ਸਾਰੇ ਹਮਲਾ ਕਰਨ ਦੇ ਉੱਤੇ ਉਹਨੂੰ ਫੋਰਸ ਕੀਤਾ ਸੀ ਜੀ। ਹੁਣ ਦੂਸਰੇ ਪਾਸੇ ਜਦੋਂ ਆਉਣੇ ਆ ਤੇ ਆਬਵੀਅਸਲੀ ਜਿਹੜੇ ਸਾਡੇ ਕੰਮ ਅਕਲੀ ਜਿਹੜੇ ਕੰਮ ਲਿਆਕਤ ਜਿਹੜੇ ਸਾਡੇ ਖਾਸ ਤੌਰ ਦੇ ਉੱਤੇ ਸਿੱਖ ਪੋਲੀਟੀਸ਼ੀਅਨ ਨੇ, ਸਿਆਸਤਦਾਨ, ਉਹਨਾਂ ਦੇ ਵਿੱਚ ਮੱਕੜ ਵਰਗੇ ਜਿਹੜੇ ਲੋਕ ਨੇ, ਅਵਤਾਰ ਸਿੰਘ ਮੱਕੜ ਵਰਗੇ, ਹੁਣ ਉਹ ਕੀ ਗੱਲਾਂ ਇਹਦੇ ਚ ਕਹਿ ਰਹੇ ਨੇ?
ਵੀ ਇੰਗਲੈਂਡ ਤੋਂ ਇਸ ਗੱਲ ਦੀ ਉਮੀਦ ਨਹੀਂ ਸੀ ਕੀਤੀ ਜਾ ਸਕਦੀ ਕਿ ਉਹ ਜੂਨ 1984 ਦੇ ਘੱਲੂਘਾਰੇ ਲਈ ਭਾਰਤ ਸਰਕਾਰ ਦਾ ਸਹਿਯੋਗ ਕਰਦੇ। ਹਾਂਜੀ, ਭਾਰਤ ਸਰਕਾਰ ਤਾਂ ਘੱਟ ਗਿਣਤੀ ਭਾਈਚਾਰਿਆਂ ਦੇ ਹੱਕ ਕੁਚਲਣ ਲਈ ਜਾਣੀ ਜਾਂਦੀ ਹੈ, ਪਰ ਇੰਗਲੈਂਡ ਵੱਲੋਂ ਇਸ ਘੱਲੂਘਾਰੇ ਦੇ ਵਿੱਚ ਭਾਰਤ ਦਾ ਸਾਥ ਦੇਣ ਦੀ ਘਟਨਾ ਨੇ ਜਿਹੜੇ ਸਿੱਖ ਹਿਰਦੇ ਨੇ ਉਹ ਬਲੂੰਦਰੇ ਨੇ। ਜੀ ਬਿਲਕੁਲ। ਹੁਣ ਇਹਨਾਂ ਲੋਕਾਂ ਨੂੰ ਇਹ ਵੀ ਗੱਲ ਪੁੱਛਣੀ ਬਣਦੀ ਹੈ ਕਿ ਭਾਈ ਪ੍ਰਕਾਸ਼ ਸਿੰਘ ਬਾਦਲ ਦਾ ਕੀ ਰੋਲ ਸੀ ਜੂਨ 1984 ਦੇ ਘੱਲੂਘਾਰੇ ਦੇ ਵਿੱਚ। ਹਾਂਜੀ, ਹੁਣ ਜਦੋਂ ਜੇਤਲੀ ਇਹ ਗੱਲ ਕਹਿ ਰਹੇ ਨੇ ਕਿ ਉਦੋਂ ਕੋਈ ਵੀ ਅਲਟਰਨੇਟਿਵ ਜਿਹੜੇ ਸੀਗੇ ਉਹ ਨਹੀਂ ਦੇਖੇ ਗਏ ਜੀ। ਹੁਣ ਅਸੀਂ ਇਹ ਵੀ ਗੱਲ ਯਾਦ ਕਰਾਉਣੀ ਚਾਹੁੰਦੇ ਹਾਂ ਕਿ 25 ਜਾਂ 26 ਮਈ ਵਾਲੇ ਦਿਨ ਜੋ ਹਰਚੰਦ ਸਿੰਘ ਲੌਂਗੋਵਾਲ ਦੇ ਵੱਲੋਂ ਇਹ ਗੱਲ ਕਾਲ ਦਿੱਤੀ ਗਈ ਸੀ ਪੂਰੇ ਪੰਜਾਬੀਆਂ ਨੂੰ, ਖਾਸ ਤੌਰ ਤੇ ਸਿੱਖਾਂ ਨੂੰ, ਕਿ ਅਸੀਂ ਜੋ ਆਪਣੀਆਂ ਸਾਡੀ ਪ੍ਰੋਡਿਊਸ ਆ, ਸਾਡੀਆਂ ਜਿਣਸਾਂ ਨੇ, ਉਹ ਅਸੀਂ ਭਾਰਤ ਦੀਆਂ ਮੰਡੀਆਂ ਦੇ ਵਿੱਚ ਨਹੀਂ ਵੇਚਣੀਆਂ, ਔਰ ਉਹ ਅਸੀਂ ਉੱਥੋਂ ਇੱਕ ਨਵਾਂ ਪ੍ਰੋਗਰਾਮ ਉਲੀਕਾਂਗੇ ਜਿਹਦੇ ਨਾਲ ਅਸੀਂ ਆਪਣੀਆਂ ਜਿਹੜੀਆਂ ਮੰਡੀਆਂ ਦੀ ਖੋਜ ਕਰਾਂਗੇ ਤਾਂ ਕਿ ਜਿਹੜੀਆਂ ਸਾਨੂੰ ਆਪਣੀਆਂ ਫਸਲਾਂ ਦੇ ਭਾਅ ਜਿਹੜੇ ਆ ਵਧੀਆ ਤਰੀਕੇ ਦੇ ਮਿਲ ਸਕਣ। ਔਰ ਉਹਨਾਂ ਨੇ 1 ਜੂਨ ਦਾ ਇਹ ਦਿਨ ਤੈਅ ਕੀਤਾ ਸੀ ਜੀ। ਔਰ 1 ਜੂਨ ਵਾਲਾ ਦਿਨ ਜਿਹੜਾ ਸੀਗਾ ਜਦੋਂ ਉਹਨਾਂ ਨੇ ਇਹ ਤੈਅ ਕੀਤਾ, ਉਸ ਤੋਂ ਬਾਅਦ ਇਹਨਾਂ ਨੂੰ ਵੀ ਪਤਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੋ ਸ਼ਹੀਦੀ ਪੁਰਬ ਹੈਗਾ ਉਹ ਵੀ ਜੂਨ ਦੇ ਵਿੱਚ ਆਉਂਦਾ ਔਰ ਇਹਨਾਂ ਦਿਨਾਂ ਦੇ ਵਿੱਚ ਆਉਂਦਾ। 3 ਜੂਨ ਵਾਲੇ ਦਿਨ ਇਹ ਕਿਉਂ ਉਲੀਕਿਆ ਗਿਆ? ਤਾਂ ਕਿ ਵੱਧ ਤੋਂ ਵੱਧ ਜਿਹੜੇ ਸਿੱਖ ਨੇ ਉਹਨਾਂ ਦਾ ਘਾਣ ਕੀਤਾ ਜਾ ਸਕੇ, ਤਾਂ ਕਿ ਉਹਨਾਂ ਨੂੰ ਸਬਕ ਸਿਖਾਇਆ ਜਾ ਸਕੇ। ਹੁਣ ਇੱਕ ਪਾਸੇ ਇੰਨੀ ਜਲਦੀ ਦੇ ਨਾਲ ਹੁਣ ਡੇਵਿਡ ਕੈਮਰਨ ਨੂੰ ਪ੍ਰਾਈਮ ਮਿਨਿਸਟਰ ਨੇ, ਉਹਨਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਕਿ ਹਾਂ ਅਸੀਂ ਜਿੰਨੇ ਵੀ ਡੀਕਲਾਸੀਫਾਈ ਹੋਏ ਨੇ ਇਹ ਡਾਕੂਮੈਂਟ ਜਾਂ ਜੋ ਨਹੀਂ ਵੀ ਅਜੇ ਕੀਤੇ ਗਏ ਉਹਨਾਂ ਦੀ ਖੋਜ ਪੜਤਾਲ ਅਸੀਂ ਕਰਾਂਗੇ, ਤਾਂ ਕਿ ਅਸੀਂ ਜਿਹੜਾ ਇੱਕ ਐਡਾ ਵੱਡਾ ਘੱਲੂਘਾਰਾ ਹੋਇਆ ਜਿਹੜਾ ਕਿ ਨਹੀਂ ਸੀ ਹੋਣਾ ਚਾਹੀਦਾ, ਕਿਉਂਕਿ ਇਹਦੇ ਨਾਲ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ ਨੇ ਜੀ, ਕਿ ਅਸੀਂ ਉਹਨਾਂ ਦੀ ਜਿਹੜੀ ਪ੍ਰੋਪਰ ਜਾਣਕਾਰੀ ਔਰ ਉਹਦੀ ਜਿਹੜੀ ਪ੍ਰੋਪਰ ਜਿਹੜੀ ਹੈਗੀ ਆ ਖੋਜਬੀਨ ਜਿਹੜੀ ਹੈਗੀ ਆ ਉਹ ਕਰਕੇ ਦੁਨੀਆ ਦੇ ਸਾਹਮਣੇ ਲੈ ਕੇ ਆਵਾਂਗੇ। ਹੁਣ ਇੱਕ ਪਾਸੇ ਇਹ ਸਟੈਂਡ ਨੇ, ਪਰ ਦੂਸਰੇ ਪਾਸੇ ਜੋ ਸਾਡੇ ਭਾਰਤ ਦੇ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਇਸ ਗੱਲ ਦਾ ਕੋਈ ਰਿਗਰੈਟ ਨਹੀਂ, ਉਹਨਾਂ ਨੂੰ ਇਸ ਗੱਲ ਦਾ ਅੱਜ ਤੋਂ ਆਲਮੋਸਟ 3 ਦਹਾਕੇ ਹੋ ਜਾਣੇ ਨੇ ਜੂਨ ਦੇ ਵਿੱਚ, ਉਹਨਾਂ ਨੂੰ ਇਸ ਗੱਲ ਦਾ ਕੋਈ ਪਛਤਾਵਾ ਨਹੀਂ, ਉਹਨਾਂ ਨੂੰ ਇਸ ਗੱਲ ਦਾ ਕੋਈ ਖਿਆਲ ਨਹੀਂ ਹੈ ਕਿ ਇਹ ਇਹੋ ਜਿਹੇ ਵੱਡੇ ਘੱਲੂਘਾਰੇ ਜਿਹੜੇ ਨੇ ਕਿਉਂ ਵਾਪਰੇ ਨੇ ਔਰ ਭਾਰਤ ਸਰਕਾਰ ਦੀਆਂ ਜਿਹੜੀਆਂ ਗਲਤੀਆਂ ਨੇ ਉਹ ਦੁਨੀਆ ਦੇ ਸਾਹਮਣੇ ਉਜਾਗਰ ਕੀਤੀਆਂ ਜਾਣ। ਉਹਨਾਂ ਨੂੰ ਇਸ ਗੱਲ ਦਾ ਕੋਈ ਖਿਆਲ ਨਹੀਂ ਹੈ। ਪਰ ਜੋ ਇੰਗਲੈਂਡ ਦੀ ਸਰਕਾਰ ਹੈ ਉਹਨੇ ਇਸ ਗੱਲ ਨੂੰ ਜ਼ਰੂਰ ਭਾਂਪਿਆ ਕਿ ਹਾਂ ਭਾਈ ਜੋ ਸਿੱਖਾਂ ਦੇ ਕਿਉਂਕਿ ਹਿਰਦੇ ਬਲੂੰਦਰੇ ਗਏ ਸਨ ਔਰ ਅੱਜ ਵੀ ਉਹਨਾਂ ਦੇ ਹਿਰਦਿਆਂ ਦੇ ਉੱਤੇ ਉਹ ਜਿਹੜੇ ਸਕ੍ਰੈਚਿਸ ਨੇ, ਉਹ ਜਿਹੜੀਆਂ ਘੱਲੂਘਾਰੇ ਦੀਆਂ ਅੱਜ ਵੀ ਜੋ ਉਹਨਾਂ ਦੇ ਜ਼ਖਮ ਨੇ ਉਹ ਅੱਲੇ ਨੇ। ਹੁਣ ਇੱਕ ਗੱਲ ਹੋਰ ਮੈਂ ਇਹ ਕਹਿਣੀ ਜ਼ਰੂਰ ਚਾਹੁੰਦਾ ਕਿ ਜਿੰਨੀ ਦੇਰ ਤੱਕ ਕਿਸੇ ਵੀ ਕੌਮ ਦਾ ਆਪਣਾ ਘਰ ਨਹੀਂ ਹੁੰਦਾ ਉਨੀ ਦੇਰ ਤੱਕ ਉਸ ਕੌਮ ਨੂੰ ਜਦੋਂ ਚਾਹੇ ਕੋਈ ਵੀ ਵਰਤ ਸਕਦਾ। ਹੁਣ ਮੈਂ 2 ਐਗਜ਼ਾਮਪਲਸ ਹੋਰ ਦੇਣੀਆਂ ਚਾਹੁੰਦਾ, ਜੋ ਚਾਹੇ ਉਹ ਵਰਲਡ ਵਾਰ ਫਸਟ ਹੋਵੇ ਜਿਹੜਾ ਕਿ 11 ਨਵੰਬਰ 1918 ਨੂੰ ਖਤਮ ਹੋਇਆ, ਔਰ ਘੱਲੂਘਾਰਾ ਜੋ 13 ਅਪ੍ਰੈਲ 1919 ਦਾ ਘੱਲੂਘਾਰਾ, ਜਦ ਕਿ ਇਸ ਵਰਲਡ ਵਾਰ ਦੇ ਵਿੱਚ ਇਹ ਗੱਲ ਬਹੁਤ ਤੈਅ ਸੀ ਕਿ ਸਿੱਖਾਂ ਦੇ ਵੱਲੋਂ ਇੱਕ ਬਹੁਤ ਸ਼ਾਨਦਾਰ ਜੋ ਆਪਣਾ ਰੋਲ ਇਸ ਵਰਲਡ ਵਾਰ ਦੇ ਵਿੱਚ ਦਿੱਤਾ ਗਿਆ ਸੀ, ਪਲੇ ਕੀਤਾ ਗਿਆ ਸੀ। ਔਰ ਦੂਸਰੀ ਵਰਲਡ ਵਾਰ ਜਿਹੜੀ 8 ਮਈ 1945 ਨੂੰ ਖਤਮ ਹੋਈ ਮੰਨੀ ਜਾਂਦੀ ਹੈ, ਉਹ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਤੇ ਜਿਨ੍ਹਾਂ ਮੁਲਕਾਂ ਦੇ ਲਈ ਸਿੱਖਾਂ ਨੇ ਆਪਣੀਆਂ ਜਾਨਾਂ ਦਿੱਤੀਆਂ, ਜੋ ਉਹਨਾਂ ਮੁਲਕਾਂ, ਕਿਉਂਕਿ ਉਦੋਂ ਬ੍ਰਿਟਿਸ਼ ਅੰਪਾਇਰ ਹੀ ਸੀ, ਪਰ ਉਹਨਾਂ ਨੇ ਕੋਈ ਵੀ ਸਿੱਖ ਭਾਵਨਾਵਾਂ ਦੀ ਉਸ ਸਮੇਂ ਵੀ ਕੋਈ ਕਦਰ ਨਹੀਂ ਸੀ ਕੀਤੀ। ਕਿਉਂ ਨਹੀਂ ਸੀ ਕੀਤੀ? ਕਿਉਂਕਿ ਜੋ ਸਿੱਖ ਨੇ ਉਹ ਪੋਲੀਟੀਕਲੀ ਆਪਣਾ ਕਿਤੇ ਵੀ ਇੱਕ ਵੱਡਾ ਹੋਲਡ ਨਹੀਂ ਬਣਾ ਸਕੇ। ਔਰ ਅੱਜ ਵੀ ਮੈਂ ਇਹ ਦੇਖਦਾ ਕਿ ਸਿੱਖਾਂ ਨੂੰ ਅੱਜ ਵੀ ਆਪਣੇ ਜਦੋਂ ਘਰ ਦੀ ਗੱਲ ਕੀਤੀ ਜਾਂਦੀ ਹੈ ਕਿ ਤੁਹਾਨੂੰ ਆਪਣਾ ਘਰ ਚਾਹੀਦਾ, ਤੇ ਉਹਦੇ ਕੋਲ ਮਤਲਬ ਕਿ ਸੈਂਕੜੇ ਸਵਾਲ ਅੱਗੇ ਖੜੇ ਹੋ ਜਾਣਗੇ ਕਿ ਉਹਨੂੰ ਚਲਾਏਗਾ ਕੌਣ, ਉਹਦੀ ਇਕਨੋਮੀ ਕੌਣ ਰਨ ਕਰੇਗਾ, ਉਹ ਲੈਂਡ ਲੌਕ ਕੰਟਰੀ ਹੋਏਗੀ। ਸੋ ਇਹੋ ਜਿਹੇ ਸਵਾਲ ਪੈਦਾ ਹੁੰਦੇ ਨੇ। ਪਰ ਜਿੰਨੀਆਂ ਵੀ ਇਹੋ ਜਿਹੀਆਂ ਐਗਜ਼ਾਮਪਲਸ ਸਾਡੇ ਅੱਗੇ ਆਉਂਦੀਆਂ ਨੇ ਜਾਂ ਹੋਰ 20, 30, 50 ਸਾਲਾਂ ਦੇ ਵਿੱਚ ਆਉਣਗੀਆਂ, ਉਹਦੇ ਵਿੱਚ ਅਸੀਂ ਜ਼ਰੂਰ ਇਹ ਫੀਲ ਕਰਾਂਗੇ। ਸਿੱਖ ਕੌਮ ਜੇ ਅੱਜ ਨਹੀਂ ਫੀਲ ਕਰੇਗੀ ਤਾਂ ਉਸ ਦਿਨ ਜ਼ਰੂਰ ਫੀਲ ਕਰੇਗੀ ਕਿ ਸਿੱਖ ਕੌਮ ਹਮੇਸ਼ਾ ਯੂਜ਼ ਹੁੰਦੀ ਆਈ ਹੈ। ਜੀ ਬਿਲਕੁਲ।
ਤੇ ਹਰਪ੍ਰੀਤ ਸਿੰਘ ਜੀ, ਇਹ ਵੀ ਦੱਸੋ, ਸਾਡੇ ਕੋਲ 2 ਮਿੰਟ ਰਹਿ ਗਏ ਨੇ, ਅਸੀਂ ਜਾਣਨਾ ਚਾਹਾਂਗੇ ਜਿਵੇਂ ਤੁਸੀਂ ਕੈਨੇਡਾ ਦੇ ਵਿੱਚ ਵਸਦੇ ਹੋ, ਕੈਨੇਡਾ ਵੀ ਬ੍ਰਿਟਿਸ਼ ਕਾਮਨਵੈਲਥ ਦਾ ਹਿੱਸਾ ਹੈ, ਤੁਹਾਡੀ ਈਵਨ ਤੁਹਾਡੀ ਕਰੰਸੀ ਦੇ ਵਿੱਚ ਵੀ ਇੰਗਲੈਂਡ ਦੀ ਰਾਣੀ ਦੀ ਫੋਟੋ ਹੈ। ਕੈਨੇਡਾ ਦੀਆਂ ਜਿਹੜੀ ਸਿੱਖ ਸੰਗਤਾਂ ਨੇ ਉਹ ਇਸ ਬਾਰੇ ਕੁਝ ਕਰ ਰਹੀਆਂ ਨੇ, ਇਸ ਬਾਰੇ ਵੀ 2-3 ਮਿੰਟ 'ਚ ਜਾਣਕਾਰੀ ਦਿਓ ਜੀ। ਕਰਨਾ ਤੇ ਬਣਦਾ ਹੈ, ਪਰ ਅਜੇ ਕੋਈ ਇਹੋ ਜਿਹੀ ਬਹੁਤ ਜੰਗੀ ਪੱਧਰ ਦੇ ਉੱਤੇ ਜਾਂ ਵੱਡੀ ਪੱਧਰ ਦੇ ਉੱਤੇ ਮੇਰੀ ਨਿਗਾਹ ਦੇ ਵਿੱਚ ਤੇ ਕੋਈ ਗੱਲ ਇਹੋ ਜਿਹੀ ਨਹੀਂ ਆਈ ਹੈ। ਪਰ ਇਹ ਚੀਜ਼ਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਾਨੂੰ ਜ਼ਰੂਰ ਕਰਨੀਆਂ ਬਣਦੀਆਂ, ਪ੍ਰੋਐਕਟਿਵ ਸੋਚਣਾ ਚਾਹੀਦਾ। ਅਸੀਂ ਜ਼ਰੂਰੀ ਨਹੀਂ ਕਿ ਹਰ ਘਟਨਾ ਹੋਣ ਤੋਂ ਬਾਅਦ ਇੱਕਦਮ ਅਸੀਂ ਆਪਣੀ ਰਿਐਕਸ਼ਨ ਦਈਏ। ਕੁਝ ਇੱਕ ਸਿਨੈਰੀਓ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਘਟਨਾਵਾਂ ਨੂੰ ਦੇਖ ਕੇ ਅਸੀਂ ਸਪੈਕੂਲੇਟ ਕਰ ਸਕਦੇ ਹੁੰਦੇ ਹਾਂ। ਸੋ ਉਹਨਾਂ ਸਿਨੈਰੀਓਜ਼ ਨੂੰ ਅੱਗੇ ਰੱਖਦੇ ਹੋਏ ਸਾਨੂੰ ਪ੍ਰੋਐਕਟਿਵਲੀ ਜ਼ਰੂਰ ਇਹੋ ਜਿਹੀਆਂ ਚੀਜ਼ਾਂ ਦੇ ਲਈ, ਭਾਵੇਂ ਅਸੀਂ ਇਕੱਠੇ ਹੋਈਏ, ਭਾਵੇਂ ਅਸੀਂ ਕੋਈ ਆਪਣਾ ਇੱਕ ਆਰਗੇਨਾਈਜੇਸ਼ਨ ਦੇ ਰੂਪ ਦੇ ਵਿੱਚ, ਹਾਂ ਇੱਥੇ ਮੈਂ ਇੱਕ ਗੱਲ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਇਕੱਲੀ ਕੈਨੇਡਾ ਦੀ ਹੀ ਕਿਉਂ, ਨਾਰਥ ਅਮਰੀਕਾ ਦੇ ਵਿੱਚ ਕੋਈ ਇਹੋ ਜਿਹੀ ਬਾਡੀ ਬਣਨੀ ਜ਼ਰੂਰੀ ਹੈ ਕਿ ਜਿਹੜੀ ਸਿੱਖ ਭਾਵਨਾਵਾਂ ਦੀ ਜਿਹੜੀ ਤਰਜਮਾਨੀ ਉਹ ਕਰ ਸਕਦੀ ਹੋਵੇ। ਔਰ ਉਸ ਜੋ ਆਰਗੇਨਾਈਜੇਸ਼ਨ ਕੋਈ ਵੀ ਬਣਾਈ ਜਾਵੇ, ਇੱਕ ਵੱਡੇ ਫਾਰਮਾਮੈਂਟ ਦੇ ਰੂਪ ਦੇ ਵਿੱਚ, ਇੱਕ ਅੰਬਰੇਲਾ ਚਾਹੇ ਉਹ ਇੱਕ ਆਰਗੇਨਾਈਜੇਸ਼ਨ ਹੋਵੇ, ਕਿ ਜੇਕਰ ਸਿੱਖ ਮਸਲਿਆਂ ਦੇ ਉੱਤੇ ਕੋਈ ਵੀ ਗੱਲ ਕਿਸੇ ਨੇ ਵੀ ਕਰਨੀ ਹੋਏ ਤੇ ਉਹਨਾਂ ਨੂੰ ਇਸ ਗੱਲ ਦੀ ਲੋੜ ਮਹਿਸੂਸ ਹੋਵੇ ਕਿ ਹਾਂ ਜੇਕਰ ਅਸੀਂ ਸਿੱਖ ਮਸਲਿਆਂ ਦੇ ਉੱਤੇ ਗੱਲ ਕਰਨੀ ਆ ਤੇ ਸਾਨੂੰ ਉਸ ਆਰਗੇਨਾਈਜੇਸ਼ਨ ਦੇ ਕੋਲ ਗੱਲਬਾਤ ਕਰਾਂਗੇ ਤਾਂ ਹੀ ਕੋਈ ਜਿਹੜਾ ਹੈ ਉਹ ਸਿੱਟਾ ਨਿਕਲ ਸਕੇਗਾ। ਸੋ ਅਖੀਰ ਦੇ ਵਿੱਚ ਮੈਂ ਫੇਰ ਇਹੀ ਗੱਲ ਇਹ ਕਹਾਂਗਾ ਕਿ ਸਾਨੂੰ ਜੋ ਭਾਰਤ ਤੋਂ ਬਾਹਰ ਬੈਠੇ ਨੇ, ਕਿਉਂਕਿ ਜ਼ਿਆਦਾ ਅਸਰ ਸਾਡਾ ਲੋਕਾਂ ਦਾ ਹੀ ਹੋਣਾ, ਬਾਹਰ ਬੈਠੇ ਹੋਏ ਜੇਕਰ ਅਸੀਂ ਇਕੱਠੇ ਹੋਈਏ, ਆਪਣੀ ਇੱਕ ਆਵਾਜ਼ ਬੁਲੰਦ ਕਰੀਏ, ਤੇ ਜ਼ਰੂਰੀ ਨਹੀਂ ਕਿ ਕੈਨੇਡਾ ਜਾਂ ਅਮਰੀਕਾ ਦੇ ਵਿੱਚ, ਜਿੰਨੇ ਵੀ ਨਾਰਥ ਅਮਰੀਕਾ ਦੇ ਵਿੱਚ ਜੋ ਸਾਡੀ ਇੱਕ ਆਰਗੇਨਾਈਜੇਸ਼ਨ ਹੈ ਜੀ ਬਣਨੀ ਚਾਹੀਦੀ ਆ ਕਿ ਜਿਹੜੀ ਸਾਡੀਆਂ ਜੋ ਭਾਵਨਾਵਾਂ ਨੇ ਉਹਨਾਂ ਨੂੰ ਅੱਗੇ ਐਕਸਪ੍ਰੈਸ ਕਰ ਸਕੇ। ਜੀ ਬਿਲਕੁਲ। ਤੇ ਹਰਪ੍ਰੀਤ ਜੀ, ਸਵਾਲ ਤਾਂ ਸਾਡੇ ਕੋਲ ਹੋਰ ਵੀ ਬਹੁਤ ਨੇ, ਪਰ ਸਾਡਾ ਸਮਾਂ ਹੁਣ ਇਸ ਵੇਲੇ ਇਜਾਜ਼ਤ ਨਹੀਂ ਦੇ ਰਿਹਾ ਤੇ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਮੰਗਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ, ਇੱਥੇ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਣੀ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।